ਦੇਖੋ ਠੀਕ ਤੇ ਬੇਠੀਕ ਇਹ ਇੱਕ ਹੀ ਚੀਜ਼ ਹੈ। ਸਭ ਕੁਝ ਠੀਕ ਹੈ, ਬਾਕੀ ਕੁਛ ਵੀ ਨਹੀਂ ਠੀਕ। ਤਾਂ ਇਥੋਂ ਆ ਗਿਆ ਕਿ ਜਿਹੜਾ ਕੁਛ ਵੀ ਨਹੀਂ ਗਾ ਤਾਂ ਉਹ ਤਾਂ ਹੈ ਹੀ ਨਹੀਂ, ਤੇ ਠੀਕ ਹੈ ਜਿਹੜਾ ਉਹ ਹੈ ਹੀ ਹੈ। ਤਾਂ ਇਸੇ ਤਰ੍ਹਾਂ ਚੰਗਾ ਸਭ ਵਧੀਆ ਤੇ ਸਭ ਵਧੀਆ ਹੀ ਤਾਂ ਹੈਗਾ। ਜਦੋਂ ਜਿਹਨੂੰ ਬੇਵਧੀਆ ਕਹਿੰਦੇ ਉਹ ਤਾਂ ਹੈ ਹੀ ਨਹੀਂ, ਅਸਤੀ ਹੈ ਨਹੀਂ। ਸਤ ਤੋਂ ਇਤਰ ਕਿਸੇ ਚੀਜ਼ ਦੀ ਅਸਤੀ ਨਹੀਂ ਗੀ। ਜਿਸ ਨੂੰ ਸਤ ਕਿਹਾ ਇਸ ਨੂੰ ਸਤਾ ਕਿਹਾ, ਇਸ ਨੂੰ ਜੀਵ ਅਥਵਾ ਹਿਰਣਗਰਭ ਅਥਵਾ ਈਸ਼ਵਰ ਅਥਵਾ ਬ੍ਰਹਮ, ਇਹ ਚਾਰ ਨਾਮ ਹੈ ਜਿਹੜੇ ਇਹ ਇੱਕੇ ਹੀ ਚੀਜ਼ ਦੇ ਹੈ। ਜਿਹੜੀ ਚੀਜ਼ ਹੈ ਜਿਹਦੇ ਚਾਰ ਨਾਮ ਪੈਂਦੇ ਆ ਉਹ ਅੰਮ੍ਰਿਤ ਵਸਤੂ ਹੈ। ਜਿਹੜੇ ਚਾਰ ਨਾਮ ਪੈਂਦੇ ਆ ਇਹ ਕਲਪਤ ਹੈ। ਜੇ ਬ੍ਰਹਮ ਨੂੰ ਜੀਵ ਕਹਿ ਲਈਏ ਤਾਂ ਜੀਵ ਦਾ ਜਿਹੜਾ ਸਰੂਪ ਆ ਇਹੀ ਸਰੂਪ ਬ੍ਰਹਮ ਦਾ ਹੈ। ਬ੍ਰਹਮ ਦੇ ਸਰੂਪ ਕਹਿਣੇ ਸੇ ਜੀਵ ਦਾ ਸਰੂਪ ਜਿਹੜਾ ਨਾਮ ਕਲਪਤ ਹੋ ਜਾਂਦਾ ਹੈ। ਵੀ ਜਿਹੜਾ ਜੀਵ ਕਿਹਾ ਸੀ ਉਹ ਫਿਰ ਜੀਵ ਜੀ ਸਹੀ ਹੈ ਕਿ ਬ੍ਰਹਮ ਸਹੀ ਹੈ? ਨਹੀਂ, ਨਾਮ ਕਲਪਤਾ। ਤਾਂ ਜਿਹਨੂੰ ਅਸੀਂ ਬ੍ਰਹਮ ਜੀਵ ਈਸ਼ਵਰ ਆ ਤੁਸੀਂ ਮੰਗਲ ਕਰਦੇ ਆ, ਇਹਦੇ ਚ ਤੁਸੀਂ ਇਸ ਗੱਲ ਨੂੰ ਬੋਲਦੇ ਆ ਔਰ ਆਪ ਹੀ ਸੁਣਦੇ ਆ ਕਿ ਜੀਵ ਜਗ ਈਸ ਹੋਏ। ਤਿੰਨ ਰੂਪ ਤੇਰੇ ਹੀ ਹੋ ਰਹੇ। ਜੀਵ ਜਗ ਈਸ ਹੋਏ, ਮਾਇਆ ਸੇ ਪਰਪਾਸੇ ਤੂੰ ਹੀ। ਵੀ ਜੀਵ ਤੇ ਈਸ਼ਵਰ ਨੂੰ ਤਾਂ ਏਕਤਾ ਹੈਗੀ, ਇਹਨੂੰ ਤਾਂ ਤਤਮਸੀ ਨੇ ਮਹਾਵਾਕ ਨੇ ਕਿਹਾ। ਵੀ ਜਿਸ ਨੂੰ ਤੁਸੀਂ ਜੀਵ ਬੋਲਦੇ ਹੋ ਤੇ ਸੂਝਵਾਨ ਲੋਕ ਇਸੇ ਨੂੰ ਈਸ਼ਵਰ ਬੋਲਦੇ ਆ। ਜਿਹਨੂੰ ਸੂਝਵਾਨ ਲੋਕ ਈਸ਼ਵਰ ਬੋਲਦੇ ਆ, ਤਤਵਗੇ ਪੁਰਸ਼ ਇਸੇ ਨੂੰ ਹੀ ਬ੍ਰਹਮ ਦੇ। ਇਹ ਜਿਹੜੀ ਬ੍ਰਹਮ ਜਿਸ ਸਤਾ ਨੂੰ ਕਿਹਾ, ਜਿਵੇਂ ਕੋਰਟ ਕਚਹਿਰੀਆਂ ਬਣੇ ਆ, ਇਹ ਕੋਰਟ ਕਚਹਿਰੀਆਂ ਦੇ ਵਿੱਚ ਕਿਸੇ ਦੇ ਇੱਕ ਦੂਜੇ ਦੇ ਖਿਲਾਫ ਮੁਕੱਦਮੇ ਦਰਜ ਹੋ ਜਾਂਦੇ, ਚਾਹੇ ਸੱਚੇ ਚਾਹੇ ਝੂਠੇ। ਜਿਹੜੀ ਅਖੀਰਲੀ ਕੋਰਟ ਹੈ ਉਥੋਂ ਤੀਕ ਉਹਨੂੰ ਟਿਕਾਓ ਨਹੀਂਗਾ ਉਸ ਫੈਸਲੇ ਨੂੰ। ਜਿਵੇਂ ਸੈਸ਼ਨ ਕੋਰਟ ਇਹ ਅਦਾਲਤਾਂ ਦੇ ਵਿੱਚ ਸੀਨੀਅਰ ਜ਼ਿਲ੍ਹੇ 'ਚ ਇੱਕ ਅਦਾਲਤ, ਇਸ ਤੋਂ ਉੱਤੇ ਹਾਈ ਕੋਰਟ ਹੈ, ਇਤਿਹਾਸਕ ਲੈ ਕੇ ਸੁਪਰੀਮ ਕੋਰਟ ਹੈ। ਥੱਲੇ ਇਹਨੂੰ ਠਹਿਰਾਓ ਨਹੀਂਗਾ ਕਿਸੇ ਅਦਾਲਤ ਦੇ ਵਿੱਚ। ਦੂਜੀ ਧਿਰ ਇਸ ਨੂੰ ਉਸ ਦੂਸਰੀ ਅਦਾਲਤ 'ਚ ਚੁਣੌਤੀ ਪਾ ਸਕਦੀ ਹੈ। ਮੈਂ ਜੀਵ ਹੂੰ, ਇੱਥੇ ਵੀ ਟਿਕਾਓ ਨਹੀਂ ਇਹਨੂੰ। ਮੈਂ ਜਗਤ ਹੂੰ, ਇੱਥੇ ਵੀ ਟਿਕਾਓ ਨਹੀਂ। ਮੈਂ ਭਗਤ ਹੂੰ,
ਇੱਥੇ ਵੀ ਟਿਕਾਓ ਨਹੀਂ। ਮੈਂ ਚੋਰ ਹੂੰ ਇੱਥੇ ਵੀ ਟਿਕਾਓ ਨਹੀਂ, ਤੇ ਸਾਧ ਹੂੰ ਇੱਥੇ ਵੀ ਟਿਕਾਓ ਨਹੀਂਗਾ। ਜਿਹੜਾ ਸਾਧ ਆ ਨਾ, ਤੂੰ ਇਹ ਅਖੀਰਲੀ ਅਦਾਲਤ ਦਾ ਫੈਸਲਾ। ਅੱਛਾ, ਚੋਰ ਅਖੀਰਲੀ ਦਾ, ਉਹ ਸਭ ਤੋਂ ਉੱਪਰ ਅਦਾਲਤ ਕਿਹੜੀ ਆ? ਮੈਂ ਭਜਨ ਕਰਦਾ ਤੇ ਕਰੀ ਜਾ, ਮੈਂ ਕਦੇ ਵੀ ਨਹੀਂ ਕਰਦਾ। ਮੰਨਾ ਭਜਨ ਕਰਨ ਵਾਲੇ ਨੂੰ ਟਿਕਾਓ ਹੈ, ਨਾ ਉਹਨੂੰ ਟਿਕਾਓ ਜਿਹੜਾ ਕਦੇ ਨਹੀਂ ਕਰਦਾ। ਤੇ ਸ਼ੰਕਾ ਭੁਲੇਖੇ ਪਾਏ ਕਿਉਂ ਹੈ? ਪਾਏ ਇਸ ਲਈ ਹੈ, ਇਹ ਲੋਕ ਭਾਸ਼ਾ ਚ ਆਉਂਦਾ, ਮਾਮੂਲੀ ਜੀ ਗੱਲ ਆ ਕਿ ਲੋਕ ਹੈ ਬਈ ਵੱਡਿਆਂ ਘਰਾਂ ਦੀਆਂ ਵੱਡੀਆਂ ਮਿਰਚਾਂ। ਇਹ ਵੱਡਿਆਂ ਦੀਆਂ ਵੱਡੀਆਂ ਮਿਰਚਾਂ ਕੀ ਕਿ ਉਹਨੂੰ ਕੋਈ ਟੋਕਦਾ ਨਹੀਂਗਾ। ਮਿਰਚ ਦੇ ਥਾਂ ਕੋਈ ਅਪਵਿੱਤਰ ਗੰਦੀ ਵਸਤੂ ਵੀ ਆ ਜੇ, ਉਹ ਵੱਡੇ ਘਰ ਦੀ ਉਹਨੂੰ ਕੋਈ ਕਹਿੰਦਾ ਨਹੀਂਗਾ। ਕਹਿ ਦੇਣਗੇ ਵੀ ਇਹ ਵੱਡਿਆਂ ਦੀਆਂ ਇਹ ਏਡੀਆਂ ਏਡੀਆਂ ਹੋਣਗੀਆਂ। ਜਿਹੜੇ ਆਪਣੇ ਆਪ ਨੂੰ ਵੱਡੇ ਸੰਤ ਭਗਤ ਕਹਾਉਂਦੇ ਆ, ਇਹਨਾਂ ਦੀਆਂ ਮਿਰਚਾਂ ਇਸ ਲਈ ਵੱਡੀਆਂ, ਤੁਹਾਡਾ ਇੱਕ ਪਾਠ ਨਾ ਸਰ ਜਾਂਦਾ। ਕੋਈ ਇੱਕ ਪੰਚਾਇਤ ਦਾ ਮੈਂਬਰ ਤੁਹਾਡੇ ਆ ਜੇ ਤਾਂ ਯਾਰ ਮੈਂਬਰ ਸਾਹਿਬ ਆਏ ਆ ਭੋਗ ਤੇ, ਸਰਪੰਚ ਸਾਹਿਬ ਆਏ ਤਾਂ ਕਹਿਣਾ ਕੀ ਹੈ। ਤੇ ਜਿਹੜੇ ਵੱਡੀਆਂ ਮਿਰਚਾਂ ਵਾਲੇ ਐ, ਉਹਨਾਂ ਦੇ ਉੱਤੇ 100 ਲੀਡਰ ਰੱਪੜਦੇ ਆ। 100 ਵੱਡੇ ਵੱਡੇ ਲੀਡਰ ਕੀ ਕਰਦੇ ਆ? ਕੱਲ ਇੱਕ ਸੰਤ ਮਰਿਆ ਇਕਬਾਲ ਸਿੰਘ ਬੜੂ ਸਾਹਿਬ ਵਾਲਾ, ਵੀ ਤੂੰ ਐਡਾ ਮਹਾਨ ਸੰਤ ਹੈ, ਤੇਰੇ ਚ ਕਾਹਦੀ ਕਮਜ਼ੋਰੀ ਹੈ ਕਿ ਜਿਹੜੇ ਲੋਕਾਂ ਦੇ ਮਰ ਕੇ ਵੀ ਮਦਦ ਭਾਲ ਰਹੇ? ਵੀ ਵੱਡੇ ਵੱਡੇ ਚਿੱਟੀਆਂ ਪੱਗਾਂ ਗੋਲ ਵਾਲੇ ਆਉਣ, ਮੇਰੀ ਮਦਦ ਕਰਨ, ਵੱਡੇ ਵੱਡੇ ਭੰਡਾਰੇ ਕਰਨ, ਥਾਂ ਥਾਂ ਵਾਜੇ ਢੋਲਕ ਵੱਜਣ। ਤਾਂ ਇਥੋਂ ਮਤਲਬ ਹੋ ਗਿਆ ਕਿ ਜਿਸ ਪਦ ਮੇ ਤੂੰ ਸੀਗਾ ਉੱਥੇ ਟਿਕਾਓ ਨਹੀਂ ਨਾ ਹੈ। ਜੇ ਹੁੰਦਾ ਤਾਂ ਇਹਨਾਂ ਨੂੰ ਸੱਦਣ ਦੀ ਕੀ ਲੋੜ ਸੀ? ਇਸ ਕਰਕੇ ਦੁਨੀਆ ਨੂੰ ਸਮਝ ਨਹੀਂ ਆ ਸਕਦੀ। ਜਿਹੜੇ ਛੋਟੇ ਤੋਂ ਛੋਟੇ ਆ, ਜਿਵੇਂ ਭਿਖਾਰੀ ਹੈ, ਉਹ ਮੰਗ ਕੇ ਰੋਟੀ ਢਿੱਡ ਭਰ ਲੈਂਦੇ। ਜਿਹੜੇ ਕਿਰਤੀ ਆ ਉਹ ਆਪਣੀ ਪਕਾ ਕੇ ਭਰ ਲੈਂਦੇ ਆ। ਤੇ ਜਿਹੜੇ ਬੜੇ ਲੋਕ ਕਹਾਉਂਦੇ ਆ, ਉਹਨਾਂ ਦੇ ਕਈ ਪ੍ਰਕਾਰ ਦੇ ਖਾਣੇ ਬਣ ਕੇ ਢਿੱਡ ਭਰ ਲੈਂਦੇ ਆ। ਸੰਤੋਖ ਨਾ ਉਹਨਾਂ ਨੂੰ ਆ ਨਾ ਉਹਨਾਂ ਨੂੰ ਆ। ਕਿਉਂ ਨਹੀਂਗਾ? ਇਦੋਂ ਅੱਗੇ ਕੋਈ ਸਟੇਜ ਔਰ ਹੈ। ਅੱਛਾ ਜੀ, ਮੈਂ ਤਾਂ ਭਜਨ ਕਰਦਾ। ਅੱਛਾ, ਤੂੰ ਅਖੀਰਲੀ ਸਟੇਜ ਤੇ ਹੋ ਗਿਆ। ਜੇ ਤੂੰ ਭਜਨ ਕਰਦਾ ਹੈ ਤਾਂ ਕਰ। ਤੇਰੇ ਭਜਨ ਨਾਲ ਲੋਕਾਂ ਨੂੰ ਸੰਤੋਖ ਹੋਵੇ ਵੀ ਅਮਕਾ ਸੰਤ ਸੀ, ਭਜਨ ਕਰਦਾ ਸੀ। ਵੇਖ ਲੋ, ਉਹਨੇ ਨਾ ਕੋਈ ਭੰਡਾਰਾ, ਨਾ ਕੋਈ ਭੋਗ, ਨਾ ਕੋਈ ਕਥਾ, ਨਾ ਕੋਈ ਕੀਰਤਨ, ਨਾ ਕੋਈ ਸੱਦਿਆ, ਨਾ ਕੋਈ ਗਿਆ। ਕਿਉਂ? ਉਹ ਸੰਤ ਕਹਿੰਦੇ ਐ ਕਿ ਜੇ ਮੈਨੂੰ ਅਜੇ ਕਿਸੇ ਦੀ ਸਹਾਇਤਾ ਦੀ ਲੋੜ ਹੈ ਤੇ ਮੈਂ ਫਿਰ ਜੀਵਨ 'ਚ ਧੱਕੇ ਹੀ ਫੱਕਦਾ ਰਿਹਾ। ਮੈਂ ਕੀ ਕੀਤਾ? ਇਥੋਂ ਪਤਾ ਲੱਗਦਾ ਹੈ ਕਿ ਜਿੰਨਾ ਚਿਰ ਅਖੀਰਲੀ ਕੋਰਟ 'ਚ ਨਹੀਂ ਇਹ ਪਹੁੰਚਦਾ, ਉਹਨਾਂ ਚਿਰ ਇਹਨੂੰ ਛੁਟਕਾਰਾ ਨਹੀਂਗਾ। ਸੈਂਕੜੇ ਗੁਰਬਾਣੀ ਦੇ ਪਾਠ ਕਰ ਲਏ, ਸੈਂਕੜੇ ਢੋਲਕੀ ਵਾਜੇ ਵਜਾ ਲਏ, ਸੈਂਕੜੇ ਚਿਮਟੇ ਉਛਾਲੇ ਤੁਹਾਨੂੰ, ਤੇ ਲੱਖਾਂ ਪਦਾਰਥ ਬਣਾ ਕੇ ਪਕਵਾਨ ਬਣਾ ਦੇ। ਜਿਹਨੇ ਕੱਲ 20 ਪਦਾਰਥ ਖਾਦੇ ਸੀ ਉਹਨੂੰ ਭੁੱਖ ਅੱਜ ਤਾਂ ਨਹੀਂ ਕੋਈ ਲੋੜ, ਸਵੇਰ ਨੂੰ ਫੇਰ ਤਿਆਰ ਬੈਠਾ ਖਾਣ ਨੂੰ। ਤਿਰਪਤੀ ਨਹੀਂ, ਜਿਹਨੇ 20 ਮਾਲਾਂ ਫੇਰੀਆਂ ਤੈਨੂੰ ਤਿਰਪਤੀ ਹੋ ਗਈ? ਅਜੇ ਨਹੀਂ ਹੋਈ। ਜਿਹਨੇ 5 ਪਾਠ ਪੜ੍ਹੇ ਤੈਨੂੰ ਹੋ ਗਈ? ਨਹੀਂ ਹੋਈ।
ਜਿਹਨੇ 10 ਵਾਰੀ ਤਲਾਅ ਚ ਨਹਾ ਕੇ ਆਇਆ ਤੈਨੂੰ ਹੋਈ ਨਹੀਂ ਤਾਂ ਕੋਈ ਟਟੋਲ ਲੋ ਜੀ ਨੂੰ ਤਿਰਪਤੀ। ਫਿਰ ਜਾਂਦੇ ਆ। ਤਾਂ ਇਹਦਾ ਅਰਥ ਇਹ ਹੀ ਹੈ ਬਈ ਤਿਰਪਤੀ ਹੈ ਜਿਹੜੀ ਉਦੋਂ ਹੋਣੀ ਹੈ ਜਦੋਂ ਅਖੀਰਲੀ ਸਟੇਜ ਦੇਖ ਕੇ ਲੰਘ ਗਿਆ ਤੇ ਜਿੱਥੇ ਗਾਂ ਕੁਛ ਨਹੀਂ ਤੇ ਜੀ ਤੋਂ ਪਿਛਾਂ ਕੁਛ ਨਹੀਂ। ਉਹ ਕੀ ਹੈ? ਉਸੇ ਦਾ ਨਾਮ ਬ੍ਰਹਮ ਸਤਾ ਹੈ। ਉਸ ਨੂੰ ਕਿਹਾ ਸੰਤਾਂ ਨੇ ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾਂ ਕੀ ਪਰਮਗਤ ਹੋਏ। ਕਿਸੇ ਨੂੰ ਪੁੱਛ ਲਾ ਵੀ ਮੇਰਾ ਆਪਣਾ ਬੇਲੀ ਹੈ ਜੀ ਸਿਪਾਹੀ ਥਾਣੇ ਤੇ ਥਾਣੇ ਲੱਗਿਆ, ਇੱਕ ਦਾ ਬੇਲੀ ਹੌਲਦਾਰ ਉਦੋਂ ਵੱਡਾ, ਇੱਕ ਦਾ ਬੇਲੀ ASI ਹੈ, ਭਾਵਾਂ ਤੇਰਾ ਬੇਲੀ ਡਿਪਟੀ ਸਾਹਿਬ ਵੀ ਹੈ, ਇੱਥੇ ਛੁਟਕਾਰਾ ਨੇ ਉਦੋਂ ਉੱਤੇ ਵੀ ਬੈਠੇ ਆ। ਜੀ ਤੋਂ ਤਾਂ ਕੋਈ ਨਹੀਂ ਤੇ ਜੀ ਤੋਂ ਠਾਂ ਕੋਈ ਨਹੀਂ, ਉਹਨੂੰ ਲੱਭ। ਤਾਂ ਇਹ ਹੋਏਗਾ ਕਿ ਵੀ ਜਿਹੜਾ ਮੈਂ ਆਦਾ ਸੀ ਵੀ ਮੇਰੀ ਸਿਪਾਹੀ ਭਾਈ ਨਾਲ ਯਾਰੀ ਹੈ, ਵੀ ਮੇਰਾ ਸਭ ਕੁਝ ਇਹੀ ਹੈ, ਭੁੱਲ ਭੁਲੇਖਾ। ਦੂਜੇ ਨੇ ਆਖਿਆ ਮੇਰੀ ਥਾਣੇਦਾਰ ਸਾਹਿਬ ਨਾਲ ਮਿੱਤਰਤਾ ਹੈ, ਇਹ ਵੀ ਭੁਲੇਖਾ ਹੈ। ਕਿਉਂ? ਉੱਥੇ ਜਾ ਕੇ ਮਿੱਤਰਤਾ, ਉੱਥੇ ਸਫਲਤਾ ਮਿਲਣੀ ਹੈ ਕਿ ਜਿੱਥੇ ਕੋਈ ਕਿਸੇ ਤੋਂ ਵੱਡਾ ਨਹੀਂ ਤੇ ਕੋਈ ਛੋਟਾ ਨਹੀਂ। ਇਹ ਤਾਂ ਸਾਰੇ ਇੱਕ ਦੂਜੇ ਤੋਂ ਥਰ-ਥਰ ਕੰਬਦੇ। ਤੇ ਜਿਹੜੇ ਪਾਠ ਪੂਜਾ ਵਾਲੇ ਆ, ਮਾਲਾਂ ਫੇਰਨ ਵਾਲੇ ਆ, ਚਿਮਟੇ ਵਜਾਉਣ ਵਾਲੇ ਆ, ਲੰਗਰ ਵੰਡਣ ਵਾਲੇ, ਇਹ ਵੀ ਥਰ-ਥਰ ਕੰਬਦੇ ਆ। ਇਹ ਵੀ ਸੱਚਾ ਪਾਤਸ਼ਾਹ ਜੇ ਕੋਈ ਖੁਰਚਣਾ ਹਿਲਾਉਂਦੇ ਭੁੱਲ ਰਹੇ ਜੀ ਮਾਫ ਕਰ ਦੇ, ਜੇ ਕੋਈ ਅੱਗ ਬੁਝਾਉਂਦਿਆ ਹੋਗੀ ਤਾਂ ਮਾਫ ਕਰ ਦੇ। ਵੀ ਰਹੀ ਬਾਤ ਵੀ ਭਲੇਖੇ ਜੀ ਇਹਨਾਂ ਨੇ ਖੁਰਚਣਾ ਹਿਲਾਇਆ, ਭਲੇਖੇ ਜੀ ਢੋਲਕੀ ਵਜਾਈ, ਭਲੇਖੇ ਜੀ ਪਾਠ ਪੜਿਆ। ਜੇ ਤੇਰਾ ਭਲੇਖਾ ਨਿਕਲ ਗਿਆ ਤਾਂ ਤੈਨੂੰ ਮੁੜ ਕੇ ਮਾਫੀ ਮੰਗਣ ਦੀ ਕੀ ਜ਼ਰੂਰਤ ਹੈ? ਮਾਫੀ ਇਸ ਲਈ ਮੰਗਦਾ ਕਿ ਸੱਚੀ ਬਾਤ ਹੈ ਕਿ ਮੈਨੂੰ ਪਤਾ ਕਾਸੇ ਦਾ ਵੀ ਨਹੀਂ, ਇਹ ਵੀ ਨਹੀਂ ਪਤਾ ਕਿ ਮੈਨੂੰ ਗਲਤੀ ਹੋ ਗਈ, ਨਾ ਪਤਾ ਕਿ ਮੈਥੋਂ ਗਲਤੀ ਨਹੀਂ ਹੋਈ, ਤਾਂ ਫਿਰ ਮਾਫੀ ਕਾਹਦੀ ਮੰਗਦਾ? ਮੈਂ ਮਾਫੀ ਇਸ ਲਈ ਮੰਗਦਾ ਮੈਂ ਉਸ ਸਤਾ ਨੂੰ ਨਹੀਂ ਪਹਿਚਾਣ ਸਕਿਆ ਕਿ ਜਿਸ ਸਤਾ ਤੋਂ ਨਾ ਕੋਈ ਗਾਂ ਸਤਾ ਤੇ ਨਾ ਕੋਈ ਪਛਾਣ, ਕਿ ਜਿਹੜੀ ਸਤਾ ਨੂੰ ਨਾ ਪਾਉਣਾ ਪੈਂਦਾ ਤੇ ਜੇ ਛੋੜਨਾ ਚਾਹੀਏ ਤੇ ਛੋਡੀ ਵੀ ਨਹੀਂ ਜਾਂਦੀ। ਤਾਂ ਇਥੋਂ ਇਹ ਹੋਏਗਾ, ਇਹ ਸੁਣ ਕੇ ਲਫਾਜ਼ ਕਿਸੇ ਦੀ ਜਾਗਰਤਾ ਜਗਿਆਸਾ ਨਹੀਂ ਜਾਗੇਗੀ। ਯਾਰ ਇਹਨੂੰ ਛੱਡੋ ਪਰੇ, ਛੱਡਣ ਦੀ ਕੋਸ਼ਿਸ਼ ਹੋਏਗੀ, ਜਾਣਨ ਦੀ ਕੋਸ਼ਿਸ਼ ਨਹੀਂ ਹੋਏਗੀ। ਬੜੇ ਬੜੇ ਮਹਾਤਮਾ ਬੈਠੇ ਸੰਸਾਰੀ ਲੋਕ ਹੈ, ਖਪਦੇ ਜਿਉਂਦੇ, ਜਨਮ ਤੋਂ ਲੈ ਕੇ ਖਪਦੇ ਖਪਦੇ ਮਰ ਗਏ। ਤਾਂ ਇਥੋਂ ਹੋਏਗਾ ਕਿ ਪ੍ਰਤੇਕ ਪਸ਼ੂ ਪੰਛੀ ਤੋਂ ਲੈ ਕੇ ਜਿਹੜਾ ਸਰੀਰ ਜਨਮ ਪੈਦਾ ਹੁੰਦਾ ਉਹ ਰੋਂਦਾ ਰੋਂਦਾ ਹੀ ਜਨਮਦਾ ਹੈ। ਤੇ ਜਿੰਨਾ ਚਿਰ ਜੀਵਨ ਸ਼ਿਕਾਇਤ ਕਰਤਾ ਇਹਦਾ ਸ਼ਿਕਾਇਤ ਕਰਦੇ ਕਰਦੇ ਦਾ ਹੀ ਜੀਵਨ ਹੈ। ਕਿਸੇ ਦੀ ਪੁਲਿਸ ਅਫਸਰ ਪਰ ਸ਼ਿਕਾਇਤ ਹੈ, ਕਿਸੇ ਦੀ ਕਲੈਕਟਰ ਪਰ ਸ਼ਿਕਾਇਤ ਹੈ, ਇਤਿਆਦਿਕ ਲੈ ਕਰਕੇ ਕਿਸੇ ਦੀ ਪ੍ਰਧਾਨ ਮੰਤਰੀ ਤੇ ਸ਼ਿਕਾਇਤ ਹੈ ਤੇ ਕਿਸੇ ਦੀ ਕਿਸਾਨ ਤੇ ਸ਼ਿਕਾਇਤ ਹੈ। ਸਭ ਸ਼ਿਕਾਇਤਾਂ ਕਰਦੇ ਕਰਦੇ ਹੀ ਜੀਵਨ ਬਤੀਤ ਕਰਦਾ ਮਨੁੱਖ। ਤੇ ਜਦੋਂ ਹੋ ਜਾਂਦਾ ਹੈ ਬੁਢਾਪਾ, ਉਦੋਂ ਇਹਨੂੰ ਫਿਰ ਪਛਤਾਵਾ ਸਤਾਉਂਦਾ ਹੈ। ਕਦੋਂ ਪਛਤਾਵਾ ਸਤਾਉਂਦਾ?
ਵੀ ਯਾਰ ਅਮਕੇ ਆਦਮੀ ਦੇ ਮੈਂ ਐਵੇਂ ਹੀ ਬਰਖਲਾਫ ਬੋਲਦਾ ਰਿਹਾ, ਅਮਕੇ ਆਦਮੀ ਨੂੰ ਮੈਂ ਏਦਾਂ ਹੀ ਪੀੜਾ ਦਿੱਤੀ, ਅਮਕੇ ਮਨੁੱਖ ਨਾਲ ਮੈਂ ਗਲਤ ਵਿਹਾਰ ਰੱਖਦਾ ਰਿਹਾ, ਤਾਂ ਫਿਰ ਇਹ ਪਛਤਾਉਂਦਾ। ਜਿੰਨਾ ਚਿਰ ਇਹਦੇ ਪ੍ਰਾਣ ਲੈ ਨਹੀਂ ਹੁੰਦੇ ਉਹਨਾਂ ਚਿਰ ਇਹ ਪਛਤਾਉਂਦਾ ਇਹ ਮਰਨ ਤਾਈਂ ਜਾਂਦਾ ਹੈ। ਤਾਂ ਰਹੀ ਬਾਤ ਇਹਦੇ ਚੋਂ ਮੁਕਤ ਕੌਣ ਹੈ? ਇਹਦੇ ਚੋਂ ਮੁਕਤ ਹੈ ਸੰਤ। ਤਾਂ ਸੰਤਾਂ ਨੂੰ ਪੁੱਛੋ, ਵੱਡੇ ਵੱਡੇ ਮੱਠ ਬਣਾਏ ਆ, ਸਭ ਤੋਂ ਪਹਿਲਾਂ ਪ੍ਰਾਪਤੀ ਕਰਨ ਦਾ ਸਾਧਨ ਬਣਾਉਂਦਾ ਕੋਈ ਵੀ ਸੰਤ ਬਣਾਉਂਦਾ ਵੀ ਇੱਥੇ 4 ਦੁਕਾਨਾਂ ਕੱਢ ਲਓ, ਇੱਥੇ ਵੇਖ ਕੱਢ ਲਓ, ਇੱਥੇ ਇਹ ਹੋ ਜਾਓ, ਕਿਉਂਕਿ ਪਹਿਲਾਂ ਸੰਗ੍ਰਹਿ ਕਰਨ ਵਾਲੀ ਚੀਜ਼ ਪੈਦਾ ਕਰੋ। ਤਾਂ ਸੰਤ ਨੇ ਤਾਂ ਕਿਸੇ ਦੀ ਜ਼ਿੰਦਗੀ 'ਚ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ। ਤਾਂ ਸੰਤ ਨੇ ਜੇ ਸ਼ਿਕਾਇਤ ਨਹੀਂ ਤਾਂ ਕੀਤੀ ਤਾਂ ਇਹਨੂੰ ਪਛਤਾਵਾ ਕਾਹਦਾ? ਤਾਂ ਰਹੀ ਬਾਤ, ਨਹੀਂ ਸੰਤ ਵੀ ਰੋਂਦੇ ਰੋਂਦੇ ਜਨਮੇ ਹੈ ਤੇ ਸ਼ਿਕਾਇਤ ਕਰਕੇ ਹੀ ਜੀਵਨ ਹੈ। ਕਿਸੇ ਦੀ ਬਾਦਲ ਤੇ ਸ਼ਿਕਾਇਤ ਹੈ, ਕਿਸੇ ਨੂੰ ਸ਼੍ਰੋਮਣੀ ਕਮੇਟੀ ਤੇ, ਕਿਸੇ ਨੂੰ ਛੋਟੀ ਕਮੇਟੀ ਤੇ, ਕਿਸੇ ਨੂੰ ਪੁਲਿਸ ਤੇ। ਤਾਂ ਇਹ ਰਹਿ ਗਿਆ ਵੀ ਸੰਤਾਂ ਨੂੰ ਵੀ ਸ਼ਿਕਾਇਤ ਹੈ। ਤੇ ਸੰਤਾਂ ਦੇ ਅਡੰਬਰ ਨਹੀਂ ਤੁਸੀਂ ਵੇਖੇ? ਸੰਤਾਂ ਦੇ ਅਡੰਬਰ ਤਾਂ ਇੱਕ ਪਾਸੇ ਪੂਰੇ ਸ਼ਹਿਰ ਵਾਸੀਆਂ ਦਾ ਤੇ ਇੱਕ ਪਾਸੇ ਇੱਕ ਸੰਤ ਦਾ ਅਡੰਬਰ ਹੈ। ਤੇ ਉਹ ਸ਼ਿਕਾਇਤ ਤੋਂ ਬਿਨਾਂ ਤਾਂ ਪੂਰਾ ਹੋਣਾ ਨਹੀਂ। ਜੇ ਸ਼ਿਕਾਇਤ ਨਾਲ ਪੂਰਾ ਹੋਣਾ ਤਾਂ ਉਸ ਸਾਧ ਨੂੰ ਵੀ ਪਛਤਾਉਂਦੇ ਹੀ ਮਰਨਾ ਪੈਣਾ। ਉਹ ਪਛਤਾਵੇ ਦੇ ਮਾਰੇ ਫਿਰ ਇਹ ਅਖੰਡ ਪਾਠ ਰੱਖਦੇ ਆ, ਢੋਲਕੀਆਂ ਵਾਜੇ ਛੈਣੇ ਰੱਖਦੇ ਆ। ਕਿਉਂ ਰੱਖਦੇ ਆ? ਕਿ ਅਡੰਬਰ ਬਾਲਾ ਲੀਕ ਲਿਆ, ਨਾਨਾ ਪ੍ਰਕਾਰ ਦੀ ਆ ਕਾਰ ਸੇਵਾ ਸੰਤਾਂ ਨੇ ਕਈਆਂ ਨੇ ਸਾਂਭੀ ਹੈ। ਤਾਂ ਇਸ ਲਈ ਸਾਂਭੀ ਹੈ ਵੀ ਜਦੋਂ ਤੁਹਾਡੇ ਕੋਲੇ ਕਰੋੜਾਂ ਰੁਪਈਆ ਲੋਕਾਂ ਤੋਂ ਇਕੱਠਾ ਕਰਦੇ ਆ ਵੀ ਅਸੀਂ ਜੀ ਗੁਰਦੁਆਰਾ ਬਣਾਉਣਾ ਹੈ, ਤੇ ਫਿਰ ਕਰੋੜਾਂ ਰੁਪਈਆ ਕੀ ਕਰਨਾ ਜਦੋਂ ਲੋਕਾਂ ਤੋਂ ਮੁਫਤ ਕੰਮ ਕਰਾਉਣੇ? ਜਿਹੜੇ ਕਰੋੜਾਂ ਰੁਪਈਏ ਇਕੱਠੇ ਕੀਤੇ ਸੀ ਉਹ ਕਾਹਦੇ ਵਾਸਤੇ ਕੀਤੇ? ਮੁੰਡੇ ਕੁੜੀਆਂ ਦੇ ਖਾਤਿਆਂ 'ਚ ਜਮ੍ਹਾਂ ਕਰਨ ਵਾਸਤੇ। ਜੇ ਤਾਂ ਤੁਹਾਡੇ ਕੋਲੇ ਕੋਈ ਤੁਸੀਂ ਪੈਸਾ ਨਹੀਂ ਇਕੱਠਾ ਕੀਤਾ ਤਾਂ ਲੋਕਾਂ ਤੋਂ ਮੁਫਤ ਕੰਮ ਲੈ ਲਓ। ਜਦੋਂ ਤੁਸੀਂ ਧਨ ਦੇ ਬੇਅੰਤ ਧਨ ਇਕੱਠਾ ਕੀਤਾ ਤੇ ਉਹਨਾਂ ਤੋਂ ਕੰਮ ਮੁਫਤ ਲੈਣੇ। ਜੇ ਸ਼ਹਿਰ ਦੇ ਵਿੱਚ 100 ਰੁਪਈਆ ਤਾਂ ਉਹਨੂੰ 110 ਦਿਓ ਵੀ ਸਾਨੂੰ ਲੋਕ ਹੋਰ ਕਾਹਦੇ ਵਾਸਤੇ ਦਿੰਦੇ। ਤਾਂ ਉਹ ਕੀ ਕਰਨਗੇ? ਪਛਤਾਉਂਦੇ ਹੀ ਮਰਨਾ ਪੜੇਗਾ। ਕਿਉਂ ਯਾਰ ਐਵੇਂ ਲੋਕਾਂ ਦੀ ਛਿੱਲ ਲਾਈ। ਤਾਂ ਇੱਥੋਂ ਹੈ ਵੀ ਜਿਹਨੂੰ ਪਛਤਾਉਣਾ ਨਹੀਂ ਪੈਂਦਾ ਉਹ ਕੋਈ ਹੈ ਕਿ ਜਿਹਨੂੰ ਪਛਤਾਉਂਦਿਆਂ ਮਰਨਾ ਨਾ ਪਵੇ। ਤਾਂ ਉਹ ਅਸੀਂ ਕਦੇ ਜ਼ਿਕਰ ਨਹੀਂ ਕੀਤਾ। ਕਿਉਂ ਨਹੀਂ ਜ਼ਿਕਰ ਕੀਤਾ? ਤੁਸੀਂ ਬਹੁਤੇ ਲੋਕ ਨਹੀਂ ਜਾਣਦੇ, ਨਵੇਂ ਸਾਡੇ ਨਾਲ ਮੇਲ ਹੋਇਆ ਔਰ ਪੁਰਾਣੇ ਨਾਲ ਸਾਥੀ ਜਾਣਦੇ। ਮੇਰੇ ਗੁਰੂ ਜੀ ਬ੍ਰਹਮਨਿਸ਼ਟ ਸੰਤ ਮਹਿੰਗਾਰੀ ਜੀ ਉਹ ਬੋਲਦੇ ਆ ਵੀ ਸਰੀਰ ਹੁਣ ਸਾਥ ਛੱਡੇਗਾ। ਮਤਲਬ ਘਰ ਨਹੀਂ ਡਿੱਗਦਾ, ਘਰ ਦੀ ਦੀਵਾਰ ਤੋਂ ਗਾਰਾ ਡਿੱਗ ਜਾਂਦਾ ਹੈ। ਬਾਕੀ ਸਾਰਿਆਂ ਦੇ ਹੁਣ ਸਰੀਰ ਛੱਡਾਂਗੇ। ਵੀ ਤੂੰ ਸਰੀਰ ਨੂੰ ਕਦੋਂ ਫੜਿਆ? ਉਹ ਆਦੇ ਸੀ ਵੀ ਭਾਈ ਸਰੀਰ ਛੱਡੂਗਾ, ਸਰੀਰ ਹੈ ਜਿਹੜਾ ਇਹ ਸਾਥ ਟੁੱਟੇਗਾ
ਸਾਡਾ ਸਰੀਰ ਪਾਤ ਹੋ ਜਾਣੇ ਸੇ ਕਿਸੇ ਨੂੰ ਦੱਸਣਾ ਨਹੀਂ, ਕਿਸੇ ਨੂੰ ਪੁੱਛਣਾ ਨਹੀਂ, ਸਾਨੂੰ ਸਰੀਰ ਨੂੰ ਨਹਾਉਣਾ ਨਹੀਂ, ਪਾਇਆ ਹੋਇਆ ਲੀੜਾ ਲਾਉਣਾ ਨਹੀਂ ਔਰ ਨਵਾਂ ਪਾਉਣਾ ਨਹੀਂ, ਸਾਡਾ ਕੋਈ ਭੰਡਾਰਾ ਨਹੀਂ ਕਰਨਾ, ਸਾਡਾ ਕੋਈ ਪਾਠ ਪੂਜਾ ਨਹੀਂ ਕਰਨਾ, ਸਾਡਾ ਕੋਈ ਲੰਗਰ ਨਹੀਂ ਕਰਨਾ, ਸਾਡੀ ਕੋਈ ਅਰਦਾਸ ਨਹੀਂ ਕਰਨੀ, ਸਾਡੀ ਕਿਤੇ ਫਰਿਆਦ ਨਹੀਂ ਕਰਨੀ, ਸਾਡੇ ਲਈ ਕਿਸੇ ਨੂੰ ਦੱਸਣਾ ਨਹੀਂ, ਨਾ ਕਿਸੇ ਨੂੰ ਸੱਦਣਾ। ਜੇ ਸਾਨੂੰ ਕਿਸੇ ਦੀ ਭੰਡਾਰੇ ਦੀ ਜ਼ਰੂਰਤ ਹੈ, ਮਰਤੂ ਸਰੀਰ ਤੋਂ ਮਗਰੋਂ ਪਾਠ ਦੀ ਜ਼ਰੂਰਤ ਹੈ, ਲੰਗਰ ਭੰਡਾਰਿਆਂ ਦੀ ਜ਼ਰੂਰਤ ਹੈ, ਨਹਾਉਣ ਧੋਣ ਦੀ ਜ਼ਰੂਰਤ ਹੈ, ਪੁਰਾਣੇ ਲੀੜੇ ਲਾਉਣ ਦੀ ਤੇ ਨਵੇਂ ਪਾਉਣ ਦੀ, ਜੇ ਅਜੇ ਇਹ ਜ਼ਰੂਰਤਾਂ ਬਾਕੀ ਪਈਆਂ ਹੈ ਤਾਂ ਫਿਰ ਅਸੀਂ ਆਪਣੇ ਜੀਵਨ ਦੇ ਵਿੱਚ ਕੀ ਕੀਤਾ, ਕੀ ਜਾਣਿਆ। ਤੇ ਹੁਣ ਸੰਤ ਜੀ ਹੋਰੀ ਪਹਿਲਾਂ ਹੀ ਕੋਤਰੀ ਰੱਖਿਓ, ਮੇਰੇ ਹੱਥੇ ਤਾਂ ਕੋਤਰੀ ਰੱਖਿਓ ਵੀ ਇੱਕ ਨਾਲ ਤੇਰਾ ਕੰਮ ਸਰ ਜੂ ਕਿ ਨਹੀਂ। ਇਸ ਤਰ੍ਹਾਂ ਕਰਕੇ ਪੰਜਾਬੀ ਸੰਤ ਸੀ ਜਿਹੜੇ ਮਹਾਨ ਵਿਦਵਾਨ ਸੰਤ ਗੁਲਾਬ ਸਿੰਘ ਜੀ, ਜਿਨ੍ਹਾਂ ਨੇ ਮੋਕਸ਼ ਪੰਥ, ਜਿਨ੍ਹਾਂ ਨੇ ਅਧਿਆਤਮ ਕਰਵਾਉਣ, ਉਹ ਵੇਦਾਂਤੀ ਤੇ ਮੈਂ ਇਕੱਠੇ ਕੰਮ ਕਰਦੇ ਡਿਊਟੀ ਗੁਰਦੁਆਰੇ, ਉਹ ਗਰਭਗੰਜਨੀ ਦੀ ਗੱਲ ਕਰਦਾ ਰਹਿੰਦਾ ਪਰ ਲਿਆਇਆ ਨਹੀਂ ਸੀ ਮੇਰੇ ਕੋਲੇ। ਮਤਲਬ ਕਿ ਇਹ ਇਤਨਾ ਲੋਕਾਂ ਨੇ ਸੰਤਾਂ ਤੋਂ ਪੜ੍ਹੇ। ਗਿਆਨੀ ਕਿਰਪਾਲ ਸਿੰਘ ਵੈਰੋਕਿਆਂ ਵਾਲਾ, ਉਹ ਵੀ ਮੇਰੇ ਨਾਲ ਉਹ ਸਿੰਘ ਸਾਹਿਬ ਬਣ ਗਿਆ। ਸੰਤ ਵਤਨ ਸਿੰਘ ਦਾ ਭਾਈ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ, ਉਹ ਮੇਰਾ ਮਿੱਤਰ ਬਣ ਗਿਆ। ਆਨੰਦਪੁਰ ਅਸੀਂ ਮੇਰੀ ਡਿਊਟੀ ਭੇਜਿਆ, ਉਹ ਉੱਥੋਂ ਦਾ ਜਥੇਦਾਰ। ਮੇਰੀ ਤੇ ਉਹਦੀ ਵਿਚਾਰਧਾਰਾ ਰਲ ਗਈ। ਬਲਵੀਰ ਸਿੰਘ ਭਾਈ ਉੱਥੇ ਹੈਡ ਗ੍ਰੰਥੀ ਕਥਾ, ਤਾਂ ਕਹਿੰਦੇ ਵੀ ਕਥਾ ਕਰਨੀ, ਉਹ ਬਲਵੀਰ ਸਿੰਘ ਵੀ ਚੁੱਪ ਕਰੇ, ਉੱਥੇ ਮੈਨੂੰ ਕਥਾ ਕਰਨੀ ਪਈ ਆਨੰਦਪੁਰ। ਸੰਤ ਗੁਰਦਿਆਲ ਸਿੰਘ ਅਜਨੋਹਾ, ਉਹ ਹੁਣ ਸੰਤ ਵਤਨ ਸਿੰਘ ਦਾ ਭਰਾ। ਸੰਤ ਵਤਨ ਸਿੰਘ ਬ੍ਰਹਮਨਿਸ਼ਟ। ਜਦੋਂ ਮੈਥੋਂ ਕਥਾ ਵਾਰਤਾ ਅਸੀਂ ਸੁਣੀ ਤੇ ਸਾਡੀ ਤਾਂ ਉੱਥੇ ਮਿੱਤਰਤਾ ਬਣ ਗਈ। ਤਾਂ ਸੰਤ ਗੁਰਦਿਆਲ ਸਿੰਘ ਨੇ ਉਹਨੇ ਇਹ ਗੱਲ ਕਹੀ, ਓਏ ਲੋਕੋ ਆਏ ਆ ਤੁਸੀਂ ਜ਼ਰੂਰ, ਪਰ ਇਹ ਸੰਗਲਾਂ ਨੂੰ ਮੱਥੇ ਟੇਕਣ ਸੇ ਨਿਸ਼ਾਨ ਸਾਹਿਬਦਿਆਂ ਨੂੰ ਕੁਛ ਨਹੀਂ ਬਣਨੇ ਵਾਲਾ। ਨਿਸ਼ਾਨ ਸਾਹਿਬ ਦੇ ਪੋਲ ਨੂੰ ਮੱਥੇ ਟੇਕਣ ਨਾਲ ਕੁਛ ਨਹੀਂ ਹੋਣਾ। ਉਹਨੇ ਉੱਥੇ ਆਨੰਦਪੁਰ ਸਾਹਿਬ ਤਖਤ ਤੇ ਇਹ ਬੋਲ ਰਿਹਾ। ਮਤਲਬ ਮੈਂ ਕਿ ਚੋਟੀ ਦੇ ਅਦਵੈਤ ਵੇਦਾਂਤੀਆਂ ਗਿਆਨੀਆਂ ਸੰਤਾਂ ਨਾਲ ਵੀ ਤਾਲਮੇਲ ਰੱਖਿਆ ਤੇ ਜਿਹੜੇ ਗੁਰੂਆਂ ਤੋਂ ਇਹ ਵਿਦਿਆ ਪ੍ਰਾਪਤ ਕੀਤੀ, ਉਹ ਉਹਨਾਂ ਦੀ ਕਿਹਦੀ ਪਰਿਭਾਸ਼ਾ ਦੱਸਾਂ। ਅਸੀਂ ਕਦੇ ਨਹੀਂ ਆਖਿਆ ਸੰਤ ਮਹਿੰਗਾ ਸਿੰਘ ਕੀ ਜੈ। ਇਹ ਜੈ ਦੀ ਵੀ ਜੈ ਹੁੰਦੀ ਹੈ। ਦੋ ਹੀ ਤਾਂ ਸ਼ਬਦ, ਇੱਕ ਖਾਏ ਇੱਕ ਜੈ। ਜਗਤ ਖਾਏ ਆਤਮਾ ਜੈ। ਹੁਣ ਸਾਡੇ ਕਈ ਸਾਥੀ ਸੰਤ ਬਣੀਆਂ ਰਾਮ ਕੀ ਜੈ। ਇਹ ਤੁਸੀਂ ਬਣੀਆਂ ਰਾਮ ਕਿਹਨੂੰ ਕਹਿੰਦੇ ਆ? ਕੀ ਸਿੱਖਿਆ? ਕਦੇ ਕਿਸੇ ਨੇ ਨਹੀਂ ਆਖਿਆ ਵੀ ਅਸੀਂ ਆਹ ਸਵਾਲ ਕਰਦੇ ਸਾਂ, ਉਹ ਸਾਨੂੰ ਇਹਦਾ ਉੱਤਰ ਆ ਦਿੰਦੇ ਸੀ। ਅੱਛਾ, ਤੁਹਾਡੇ 'ਚ ਬੈਠੇ ਬਣੀਆਂ ਰਾਮ ਦਾ ਸਤਸੰਗ ਸਰਵਣ ਕਰਨ ਵਾਲੇ,
ਬਣੀਆਂ ਰਾਮ ਨੇ ਜਾਗਰਤ ਦਾ ਕੀ ਪ੍ਰਚਾਰ ਦੱਸਿਆ ਤੁਹਾਨੂੰ? ਜਾਗਰਤ ਕੀ ਹੈ? ਸੁਪਨ ਕੀ ਹੈ? ਸੁਖੋਪਤੀ ਕੀ ਹੈ? ਮੁਰਸ਼ਤਾ ਕਿਆ ਹੈ? ਸਮਾਧੀ ਕੀ ਹੈ? ਔਰ ਮਰਨ ਕੀ ਹੈ? ਤੇ ਜਨਮ ਕੀ ਹੈ? ਜਿਹੜੇ ਬਣੀਆਂ ਨਾਮ ਰਹੇ ਆ ਉਹ ਤੁਹਾਨੂੰ ਦੱਸਣਾ ਚਾਹੀਦਾ ਵੀ ਇਹ ਚੀਜ਼ ਜਨਮ ਆਇਆ ਜਾਂ ਹੈਗਾ ਵੀ ਹੈ ਜਾਂ ਨਹੀਂ। ਤੇ ਨਹੀਂ ਇੰਨੇ ਨਹੀਂ ਡੰਗ ਸਾਰ ਲੈਂਦੇ ਗੌਰੀ ਪੁੱਤਰ ਗਣੇਸ਼ ਕੀ। ਵੇ ਤੁਸੀਂ ਬਣੀਆਂ ਰਾਮ ਦੀ ਸੰਗਤ ਕਰਕੇ ਇਹ ਗੌਰੀ ਪੁੱਤਰਾਂ ਤੇ ਹੀ ਬੈਠੇ ਆ। ਇਸ ਚੀਜ਼ ਨੂੰ ਪਕੜਿਆ। ਜਿਹੜੇ ਬੰਦੇ ਬਹੁਤੀ ਸਤਸੰਗ ਨਹੀਂ ਕੀਤੀ, ਸਭ ਤੋਂ ਵੱਡੀ ਸਤਸੰਗ ਗੁਰੂ ਗ੍ਰੰਥ ਸਾਹਿਬ ਦੀ ਹੈ। ਕਿਉਂ? ਇਹ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਕੀਤਾ ਲੋੜੀਏ ਕੰਮ। ਜੇ ਕੋਈ ਕੰਮ ਕਰਨਾ ਲੋੜਦੇ ਆ, ਸਫਲ ਹੋ ਜੇ, ਤਾਂ ਗੌੜੀ ਪੁੱਤਰ ਗਣੇਸ਼ ਦੀ ਨਹੀਂ ਗੱਲ ਕੀਤੀ। ਕੀਤਾ ਲੋੜੀਏ ਕੰਮ ਤੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਸਤਿਗੁਰ ਨੂੰ ਸਾਖੀ ਬਣਾਓ, ਸਤ ਨੂੰ ਫਰਿਆਦ ਕਰੋ। ਕੀਤਾ ਲੋੜੀਏ ਕੰਮ ਤੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਉਹ ਅਲਖ ਸਤਾ ਨੂੰ ਜਾਣੋ। ਜਿਹੜਾ ਜਾਣਿਆ ਨਹੀਂ ਜਾਂਦਾ। ਤਾਂ ਇਦੋਂ ਵੱਡੀ ਸੰਗਤ ਕਿਹਦੀ ਹੈ? ਜਿਹਦਾ ਇੱਕ ਇੱਕ ਲਫਾਜ਼ ਅਦੁੱਤੀ ਸਤਾ ਨੂੰ ਮੇਲ ਖਾਂਦਾ ਹੈ। ਤੇ ਗੌੜੀ ਪੁੱਤਰ ਗਣੇਸ਼ ਜੀ ਕਰਨ ਵਿਘਨ ਕੋ ਨਾਸ। ਇਹ ਛੋਟੀਆਂ ਛੋਟੀਆਂ ਗੱਲਾਂ ਤੇ ਬੈਠੇ, ਇਹ ਤੁਹਾਡੀ ਗੱਲ ਦੱਸਦੀ ਹੈ ਵੀ ਤੁਸੀਂ ਗੁਰੂ ਤੋਂ ਕੁਝ ਸਿੱਖਿਆ ਨਹੀਂ। ਇਹ ਮਹਿਮਾ ਲਾਲੀ ਨਾਲ ਵੀ ਮੈਂ ਫਲਾਣੇ ਬਣੀਆਂ ਰਾਮ ਦਾ ਚੇਲਾ, ਮੈਂ ਢਮਾਣੇ ਦਾ ਚੇਲਾ। ਤਾਂ ਇਸ ਲਈ ਐ ਚੇਲੇ ਬਣਨ ਨਾਲ ਨਹੀਂ, ਉਹ ਪ੍ਰਗਟ ਕਰੋ ਉਹਨਾਂ ਤੋਂ ਸਿੱਖਿਆ ਕੀ ਹੈ। ਜਿਨ੍ਹਾਂ ਨੇ ਸਾਥੋਂ ਸਿੱਖਿਆ ਉਹਨਾਂ ਤੇ ਕਰ ਲੋ ਪ੍ਰਸ਼ਨ। ਉਹ ਸਾਡਾ ਹੀ ਇੱਕ ਮੁੰਡਾ ਹੈ, ਅਸੀਂ ਉੱਤੇ ਰੋਕੇ ਰਾਹ 'ਚ, ਆਖੇ ਜੀ ਐਡੇ ਤੁਸੀਂ ਵਿਦਵਾਨ ਆ, ਤੁਹਾਨੂੰ ਸੱਦਦਾ ਕੋਈ ਨੀ ਗਾ। ਮੈਂ ਆਖਿਆ ਵੀ 10 ਮਿੰਟ ਬੈਠੇ, ਕਿਤੇ ਤੂੰ ਨਾ ਠਾ ਦੇ। 10 ਮਿੰਟ ਤੇਰੇ ਕੋਲੇ ਬੈਠੇ ਆ, ਗੱਲ ਨਾ ਛੇੜ ਕੇ ਤੂੰ ਵੀ ਠਾ ਦੇਗਾ। ਸੱਚ ਸੁਣਨ ਲਈ ਪਤਾ ਹਾਥੀ ਦੇ ਕੰਨ ਕਿੱਡੇ ਕਿੱਡੇ ਆ। ਆਦਮੀ ਦੇ ਜਿਗਿਆਸੂ ਦੇ ਹਾਥੀ ਦੇ ਕੰਨ ਤੋਂ ਵੀ ਵੱਡੇ ਵੱਡੇ ਕੰਨ ਹੋਣੇ ਚਾਹੀਦੇ, ਜਿਹਨੇ ਸੱਚ ਨੂੰ ਸੁਣਨਾ। ਸੱਚ ਨੂੰ ਕੌਣ ਸੁਣੂਗਾ? ਤਾਂ ਇਸ ਵਾਸਤੇ ਨਾਨਕ ਜੀ ਮਹਾਰਾਜ ਨੇ ਸੱਚ ਬੋਲਿਆ। ਕਿਸੇ ਨੇ ਖੋਜਿਆ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੱਤ ਦੇ ਸਰੂਪ ਲਕਸ਼ਣ ਕਿੰਨੇ ਕੀਤੇ ਇਹ? ਇਹਨਾਂ ਸਰੂਪ ਲਕਸ਼ਣਾਂ ਦੇ ਵਿੱਚ ਕੌਣ ਕੌਣ ਆਏ? ਇਹ ਤਾਂ ਉੱਥੇ ਬੈਠੇ ਬੈਠੇ ਇਧਰ ਰਮਾਲਾ ਸੁੱਤ ਕਰਦੇ, ਆਦ ਸੱਚ ਜੁਗਾਦ ਸੱਚ ਹੈ ਕਿ ਇਧਰ ਰਮਾਲਾ ਐ ਕਰਦੇ। ਇਹ ਐ ਕਰਨ ਵਾਲੀਆਂ ਗੱਲਾਂ। ਨਾਨਕ ਜੀ ਨੇ ਕੀ ਬੋਲਿਆ? ਆਦ ਸੱਚ ਇੱਕ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤ੍ਰੈ ਕਾਲ ਆਵਾਜ਼ ਸਤਾ ਤੇ ਚਲੇ ਗਏ ਚੌਥੀ। ਇਹ ਚੌਥੀ ਨੂੰ ਮਹਾਰਾਜ ਨਾਨਕ ਜੀ ਬੋਲਦੇ,
ਇਹ ਜਗਤ ਦੇ ਲੋਕ ਆ ਜਿਹੜੇ ਤਿੰਨਾਂ ਚ ਭਟਕਦੇ ਹੈ। ਤੀਨ ਵਿਆ ਤੇ ਜਗਤ ਕੋ ਤੁਰਿਆ ਭਾਵੇ ਕੋਈ। ਇਹ ਚੌਥੀ ਦਾ ਨਾਂ ਤੁਰਿਆ ਹੈ। ਤੇ ਤੁਰਿਆ ਤਾਂ ਅਸੀਂ ਸਤਾ ਨੂੰ ਪਛਾਣਿਆ ਹੈ ਕਿ ਨਾਂ ਸੁਣਿਆ? ਇਹ ਨਾਂ ਹੀ ਸੁਣਿਆ। ਜੈਸੇ ਮੇਰੇ ਵਰਗੇ ਸਰੀਰ ਨੇ ਗਿਣ ਕੇ ਲੱਖ ਰੁਪਈਆ ਨਹੀਂ ਵੇਖਿਆ, ਤਾਂ ਉਹ ਵੀ ਇਹ ਬੋਲਦਾ ਜੀ ਇਹਨਾਂ ਨੂੰ ਘਿਆਕਣੋ ਤਾਂ ਲੱਖਾਂ ਪਤੀ ਹੈ। ਤੇ ਉਹਨੇ ਵੀ ਲੱਖਾਂ ਪਤੀ ਕਹਿਤਾ। ਉਹਨੂੰ ਪੁੱਛੋ ਵੀ ਤੂੰ ਲੱਖ ਗਿਣ ਕੇ ਵੇਖੇ? ਫਿਰ ਪਤਾ ਲੱਗੂ ਵੀ ਇਹਨੂੰ ਲੱਖ ਆਦੇ ਹੈ। ਅੱਛਾ, ਤੂੰ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਵੇਖਿਆ ਜਾਣਿਆ ਟਟੋਲ ਕੇ? ਉਹਦੀ ਪਰਤੇ ਪਾਦਨ ਜਿਹੜਾ ਕੀਤਾ, ਪਰਤੇ ਪਾਦਿਆ ਵਸਤੂ ਦਾ ਤੂੰ ਵਿਵੇਕ ਹੈ? ਚੌਥਾ ਪਰਤੇ ਪਾਦਿਆ ਸਤਾ ਕਿਹੜੀ ਹੈ? ਔਰ ਪਰਤੇ ਪਾਦਨ ਸਤਾ ਕਰਦੇ ਜਿਹੜੇ ਉਹ ਕਿਸ ਸਤਾ ਦਾ ਕਰਦੇ? ਕਿਹੜੀ ਕਿਹੜੀ ਸਤਾ ਦਾ ਪਰਤੇ ਪਾਦਨ ਹੁੰਦਾ ਹੈ? ਔਰ ਸਤਾ ਕਿੱਥੇ ਜਾ ਕੇ ਪਰਤੇ ਪਾਦਿਆ ਵਸਤੂ ਹੋ ਜਾਂਦੀ? ਪਰਤੇ ਪਾਦਨ ਨਹੀਂ ਕਰ ਸਕਦਾ ਕੋਈ। ਨਹੀਂ ਕਹਿ ਸਕਦਾ। ਉਹ ਸਤਾ ਨੂੰ ਪਹਿਚਾਣਿਆ ਤਾਂ ਇੱਥੋਂ ਹੀ ਹੋਏਗਾ ਵੀ ਨਹੀਂ। ਕਿਉਂ? ਇਹ ਕੋਈ ਭੂਆ ਦਾ ਘਰ ਨਹੀਂ ਗਾ ਵੀ ਜਦੋਂ ਬਿਨ ਪੁੱਛੇ ਤੇ ਖੋਲ ਮਾਰ ਠਕਾਇਆ ਵੜ ਜਾਓਗੇ। ਖਾਇਆ ਵੀ ਦਵਾਰਾ ਨਹੀਂ। ਇਹ ਬਾਰ ਟੱਪਣਾ ਕਿਤੇ ਸੌਖਾ ਨਹੀਂ ਗਾ। ਇਹ ਮਹਾਰਾਜ ਨਾਨਕ ਜੀ ਵਰਗਿਆਂ ਨੇ ਇਹ ਦੀਵਾਰਾਂ ਢਾਈਆਂ ਸੀ। ਉਹ ਆਦੇ ਬਾਰ ਕੀ ਖੋਲਾਉਣਾ, ਦੀਵਾਰਾਂ ਹੀ ਢਾਈਆਂ। ਜਾਗਰਤ ਸੁਪਨ ਸੁਖੋ ਪੁੱਤ ਤੁਰਿਆ। ਆਤਮ ਭੂਪਤ ਕੀ ਇਹ ਪੁਰੀਆ। ਇਹ ਤਾਂ ਪੁਰੀਆਂ।